श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। चक्र चिहन अर बरन जात अर पात नहन जेहे। रूप रंग अर रेख एक को कह न सकत केहे। अचल मूरत अनभव प्रकाश अमितोज कहजै। कोट इंद्र इंद्राण साहे साहान गणजै। त्रिभुवन महीप सुर नर असुर नेत नेत बन तृण कहत। तब सर्ब नाम कथय कवन कर्म नाम बरनत सुमत। प्रभ दातो दातार पर्यो जाचक एक सरना। मिलै दान संतरेन जेहे लग भवजल तरना। बिनत करो अरदास सुनो जे ठाकुर पावै। देहो दरस मान चाओ भगत एहो मान ठहरावै। बल्यो चराग अंधियार मह सब कल उदरी एक नाम धर्म। प्रगट सगल हर भवन मह जान नानक गुर पार ब्रह्म। डिठे सबे थाम नहीं तुद जेहया। बधो पुरख विधाता ता तू सोहया। वसदी सघन अपार अनूप रामदासपुर। हर हाँ नानक कसमल जाए नाय रामदास सर। डिठे सबे थाव नहीं तुद जेहया। बधो पुरख विधाता ता तू सोहया। वसदी सघन अपार अनूप रामदासपुर। हर हाँ नानक कसमल जाए नाय रामदास सर। हम अवगुण भरे एक गुण नाही। अमृत छाड़ बिख बिख
ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਿ ਨੋ, ਕਰ ਸੋਹ ਕਰ ਸੋਹ ਝਟਿਐ। ਡਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟਿਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੋ। ਇਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਜੈਸੇ ਕਿਰਸਾਣ ਬੋਵੈ ਕਿਰਸਾਨੇ, ਕਾਚੇ ਪਾਕੇ ਬਾੜ ਪਰਾਨੇ। ਜੈਸੇ ਕਿਰਸਾਣ ਬੋਵੈ ਕਿਰਸਾਨੇ, ਕਾਚੇ ਪਾਕੇ ਬਾੜ ਪਰਾਨੇ। ਜੋ ਜਨਮੈ ਸੋ ਜਨਹੁ ਮੂਆ, ਗੋਵਿੰਦ ਭਗਤ ਅਸਥਿਰ ਹੈ ਥੀਆ। ਰਹਾਉ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਏ ਫਿਰ ਹੋਏ ਪ੍ਰਭਾਤ। ਮਾਇਆ ਮੋਹਿ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਕਹੋ ਨਾਨਕ ਗੁਣ ਗਾਈਐ ਨੀਤ, ਮੁਖ ਊਜਲ ਹੋਏ ਨਿਰਮਲ ਚੇਤ। ਕਹੋ ਨਾਨਕ ਗੁਣ ਗਾਈਐ ਨੀਤ, ਮੁਖ ਊਜਲ ਹੋਏ ਨਿਰਮਲ ਚੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਮੂਹ ਮਾਈ ਭਾਈ ਪ੍ਰੇਮੀ ਜਨ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਵਾਸ ਗੁਰੂ ਕੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ
ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੇ ਪਵਿੱਤਰ ਸ਼ਬਦ ਨੂੰ ਵਿਚਾਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਜੈਸੇ ਕਿਰਸਾਨ ਬੋਵੈ ਕਿਰਸਾਨੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਸਾ ਰਾਗ ਵਿੱਚ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 375 ਅੰਗ ਔਰ 376 ਅੰਗ ਦੇ ਉੱਤੇ ਸੁਭਾਏਮਾਨ ਹੈ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਜਿਵੇਂ ਕੋਈ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਕਿਰਸਾਣੀ ਕਰਕੇ ਬੀਜ ਬੀਜਦਾ ਹੈ, ਜੈਸੇ ਕਿਰਸਾਨ ਬੋਵੈ ਕਿਰਸਾਨੀ। ਕਿਸਾਨ ਮਿਹਨਤ ਕਰਦਾ ਹੈ, ਜ਼ਮੀਨ 'ਚ ਹਲ ਵਾਹੁੰਦਾ ਹੈ, ਉਹਨੂੰ ਪਾਣੀ ਨਾਲ ਸਿੰਚਦਾ ਹੈ, ਚੰਗੀ ਤਰ੍ਹਾਂ ਵਾਹ ਵਾਹ ਕੇ ਜਦੋਂ ਜ਼ਮੀਨ ਨੂੰ ਨਰਮ ਕਰਦਾ ਤੇ ਫਿਰ ਉਹਦੇ 'ਚੋਂ ਬੀਜ ਬੀਜਦਾ ਔਰ ਬੀਜ ਬੀਜ ਕੇ ਪਾਰ ਬ੍ਰਹਮ ਪਰਮੇਸ਼ਰ ਦੇ ਉੱਤੇ ਯਕੀਨ ਤੇ ਭਰੋਸਾ ਕਰਦਾ ਹੈ ਕਿ ਅਕਾਲ ਪੁਰਖ ਜੀ, ਮੈਂ ਆਪਣੀ ਜਿਹੜੀ ਪੂੰਜੀ ਸੀ ਇਸ ਜ਼ਮੀਨ ਦੇ ਵਿੱਚ ਦਫਨ ਕਰ ਦਿੱਤੀ ਹੈ, ਇਹਨੂੰ ਹੈ ਅਕਾਲ ਪੁਰਖ ਤੂੰ ਫਲੀਭੂਤ ਕਰਨਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪੰਥ ਨੂੰ 101 ਅਰਦਾਸਾਂ ਦਸੀਆਂ। ਵੈਸੇ ਤਾਂ ਗੁਰੂ ਕਾ ਸਿੱਖ ਸਾਰੀ ਜ਼ਿੰਦਗੀ ਮਹਾਰਾਜ ਜੀ ਦੇ ਚਰਨਾਂ 'ਚ ਰਜੋਈਆਂ ਅਰਦਾਸਾਂ ਕਰਦਾ ਹੈ। 101 ਅਰਦਾਸ ਦਾ ਕੁਝ ਸੰਖੇਪ ਜਿਹਾ ਵੇਰਵਾ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਕਿਸ ਕਿਸ ਸਮੇਂ ਗੁਰਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ। ਕਿਸ ਕਿਸ ਸਮੇਂ? ਬਾਲਕ ਦੇ ਜਨਮ ਤੋਂ ਪਹਿਲਾਂ ਵੀ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ, ਜਨਮ ਹੋਣ ਸਮੇਂ ਵੀ ਅਰਦਾਸ, ਉਹਦਾ ਨਾਮਕਰਨ ਵੇਲੇ ਵੀ ਅਰਦਾਸ, ਉਹਨੂੰ ਬਸਤਰ ਪਹਿਨਾਉਣ ਵੇਲੇ ਵੀ ਅਰਦਾਸ, ਉਹਨੂੰ ਪਹਿਲੀ ਵਾਰ ਮਾਤਾ ਦਾ ਦੁੱਧ ਪਿਲਾਉਣ ਵੇਲੇ ਵੀ ਅਰਦਾਸ। ਤੋ ਇਸ ਤਰ੍ਹਾਂ ਅਰਦਾਸਾਂ ਦੀ ਮਰਿਆਦਾ ਜਿਹੜੀ ਆ ਉਹ ਪ੍ਰਾਰੰਭ ਹੁੰਦੀ ਹੈ। ਉੱਥੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਇੱਕ ਕਿਰਸਾਨ ਵਾਸਤੇ ਵੀ ਅਰਦਾਸ ਦਾ ਪ੍ਰਵਧਾਨ ਦੱਸਿਆ। ਮਹਾਰਾਜ ਜੀ ਕਹਿੰਦੇ, ਜਦੋਂ ਕੋਈ ਕਿਸਾਨ ਜ਼ਮੀਨ ਨੂੰ ਵਾਹੁੰਦਾ ਹੈ, ਉਹ ਜ਼ਮੀਨ ਨੂੰ ਵਾਹੁਣ ਤੋਂ ਬਾਅਦ ਜਿਸ ਵੇਲੇ ਬੀਜ ਬੀਜਦਾ ਤਾਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰੇ ਕਿ ਹੇ ਅਕਾਲ ਪੁਰਖ, ਮੈਂ ਇਹ ਬੀਜ ਤੇਰੇ ਤੇ ਭਰੋਸਾ ਕਰਕੇ ਧਰਤੀ ਮਾਤਾ ਦੀ ਗੋਦ ਵਿੱਚ ਅਮਾਨਤ ਰੱਖਣ ਲੱਗਾ। ਕਿਰਪਾ ਕਰਕੇ ਇਹ ਬੀਜ ਫਲੀਭੂਤ ਹੋਵੇ ਤੇ ਕਈ ਗੁਣਾ ਵੱਧ ਹੋ ਕੇ ਮੈਨੂੰ ਪ੍ਰਾਪਤ ਹੋਵੇ। ਏਦਾਂ ਅਰਦਾਸ ਕਰਕੇ ਬੀਜ ਬੀਜੇ। ਇਹ ਅਰਦਾਸ ਫਿਰ ਜਦੋਂ ਫਸਲ ਤਿਆਰ ਹੋ ਜਾਵੇ, ਪੱਕ ਜਾਵੇ, ਤਾਂ ਵਾਢੀ ਕਰਨ ਤੋਂ ਪਹਿਲਾਂ ਅਰਦਾਸ ਕਰੇ ਕਿ ਅਕਾਲ ਪੁਰਖ ਜੀ, ਤੁਹਾਡੀ ਦਇਆ ਨਾਲ ਇਹ ਫਸਲ ਪੱਕੀ ਹੈ ਤੇ ਹੁਣ ਮੈਂ ਇਹਦੀ ਵਾਢੀ ਕਰਨ ਲੱਗਾ, ਆਪ ਜੀ ਕਿਰਪਾ ਕਰੋ, ਇਹ ਫਸਲ ਮੈਨੂੰ ਘਰ ਲਿਆਉਣ ਦੀ ਆਗਿਆ ਬਖਸ਼ੋ। ਇਉਂ ਗੁਰੂ ਕੇ ਸਿੱਖ ਅਰਦਾਸ ਕਰਦੇ ਹੈ। ਖੈਰ, ਇੱਥੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਜਿਵੇਂ ਕੋਈ ਕਿਸਾਨ ਕਿਰਸਾਣੀ ਕਰਕੇ, ਮਿਹਨਤ ਕਰਕੇ, ਮਸ਼ੱਕਤ ਘਾਲ ਕੇ
ਜ਼ਮੀਨ ਦੇ ਵਿੱਚ ਬੀਜ ਬੀਜਦਾ ਹੈ। ਕਾਚੇ ਪਾਕੇ ਬਾੜ ਪਰਾਨੇ। ਉਸ ਕਿਸਾਨ ਦੀ ਮਰਜ਼ੀ ਹੁੰਦੀ ਹੈ ਕਿ ਉਸ ਫਸਲ ਨੂੰ ਜਿਹੜੀ ਉਹਨੇ ਬੀਜੀ ਹੈ ਉਹਨੂੰ ਉਹ ਕੱਚੀ ਵੱਢੇ, ਚਾਹੇ ਉਹ ਪਕਾ ਕੇ ਵੱਢ ਲਵੇ, ਕਿਉਂਕਿ ਉਹਦਾ ਮਾਲਕ ਹੈ। ਇਹ ਉਹਦੀ ਆਪਣੀ ਇੱਛਾ ਹੈ। ਕਈ ਵਾਰ ਜ਼ਿਮੀਂਦਾਰਾਂ ਨੂੰ ਕੁਝ ਫਸਲਾਂ ਬੀਜ ਕੇ ਕੱਚੀਆਂ ਵੀ ਵੱਢਣੀਆਂ ਪੈਂਦੀਆਂ। ਕੱਚੀ ਫਸਲ ਜਿਹੜੀ ਆ ਵੱਢ ਕੇ ਜਾਨਵਰਾਂ ਪਸ਼ੂਆਂ ਨੂੰ ਵੀ ਪਾਣੀ ਪੈ ਜਾਂਦੀ ਹੈ। ਇਹ ਤਾਂ ਉਹਦੀ ਮਰਜ਼ੀ ਹੈ ਨਾ ਕਿ ਉਹਨੇ ਉਸ ਫਸਲ ਨੂੰ ਕੱਚਿਆਂ ਵੱਢਣਾ ਚਾਹੇ ਪਕਾ ਕੇ ਵੱਢਣਾ। ਇਹ ਉਹਦੀ ਆਪਣੀ ਇੱਛਾ ਹੈ, ਉਹਦੀ ਆਪਣੀ ਇੱਛਾ ਦੇ ਉੱਤੇ ਨਿਰਭਰ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਚੀ ਪਾਕੀ ਬਾੜ ਪਰਾਨੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਉਹਨੇ ਇਹਨਾਂ ਪੰਜਾਂ ਤੱਤਾਂ ਤੋਂ ਇਹ ਸੰਸਾਰ ਨਿਰਮਿਤ ਕੀਤਾ। ਇਹ ਸਾਰਾ ਸੰਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਖੇਤੀ ਹੈ। ਇਦਾਂ ਕਹਿ ਸਕਦੇ ਹਾਂ ਵੀ ਪ੍ਰਮਾਤਮਾ ਕਿਸਾਨ ਹੈ, ਉਹਨੇ ਪੰਜਾਂ ਤੱਤਾਂ ਤੋਂ ਨਿਰਮਿਤ ਕੀਤਾ। ਇਹ ਜਿਹੜਾ ਸਾਰਾ ਸੰਸਾਰ ਹੈ, ਸਾਰੀ ਸ੍ਰਿਸ਼ਟੀ ਹੈ, ਪੰਜ ਭੌਤਿਕ ਰਚਨਾ ਹੈ, ਇਹ ਸਾਰੀ ਰਚਨਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬੀਜਿਆ ਹੋਇਆ ਬੀਜ, ਬੀਜੀ ਹੋਈ ਫਸਲ ਹੈ। ਇਹਦੇ ਵਿੱਚ ਜਿਤਨੇ ਪ੍ਰਾਣੀ ਜੀਵ ਨੇ ਉਹ ਚਾਹੇ ਕਿਸੇ ਨੂੰ ਲੰਮੀ ਉਮਰ ਦੇ ਕਰਕੇ ਬੁਢੇਪੇ ਦੇ ਵਿੱਚ ਆਪਣੇ ਕੋਲ ਸੱਦ ਲਏ, ਚਾਹੇ ਭਰ ਜਵਾਨੀ ਦੀ ਅਵਸਥਾ ਦੇ ਵਿੱਚ ਹੀ ਉਹਦੇ ਪ੍ਰਾਣ ਹਰ ਲਵੇ। ਉਹ ਮਾਲਕ ਹੈ ਸੰਸਾਰ ਦੇ ਸਮਸਤ ਜੀਵਾਂ ਦਾ, ਸਮਸਤ ਪ੍ਰਾਣੀਆਂ ਦੇ ਪ੍ਰਾਣਾਂ ਦਾ। ਜਿਤਨੇ ਵੀ ਸੰਸਾਰ ਦੇ ਪ੍ਰਾਣੀ ਨੇ ਸਭ ਦੇ ਪ੍ਰਾਣਾਂ ਦਾ ਮਾਲਕ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਉਹ ਜਿਸ ਵੀ ਵਕਤ ਇਸ ਮਨੁੱਖ ਨੂੰ, ਇਸ ਜੀਵ ਨੂੰ ਆਪਣੇ ਕੋਲ ਸੱਦ ਸਕਦਾ, ਆਪਣੇ ਕੋਲ ਬੁਲਾ ਸਕਦਾ। ਇਹ ਅਕਾਲ ਪੁਰਖ ਪਰਮੇਸ਼ਰ ਦੀ ਮਰਜ਼ੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ ਭਾਈ। ਉਹ ਬੜਾ ਬਲੀ ਹੈ, ਉਹ ਜੋ ਚਾਹੇ ਮਰਜ਼ੀ ਕਰ ਸਕਦਾ, ਸਮਰੱਥ ਦੇਵ ਹੈ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਾਧ ਨਮਸਕਾਰਾ। ਉਹਦੇ ਅੱਗੇ ਕੋਈ ਜ਼ੋਰ ਨਹੀਂ ਹੈ ਕਿਸੇ ਦਾ। ਉਹ ਸਰਬ ਕਲਾ ਸਮਰੱਥ ਦੇਵ ਹੈ। ਐਸਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਲਕ ਹੈ ਸੰਸਾਰ ਦੇ ਸਮਸਤ ਜੀਵਾਂ ਦਾ। ਜਿਵੇਂ ਕਿਸਾਨ ਆਪਣੀ ਮਰਜ਼ੀ ਦੇ ਨਾਲ ਚਾਹੇ ਉਹ ਫਸਲ ਕੱਚੀ ਵੱਢ ਲਏ, ਚਾਹੇ ਉਹ ਪਕਾ ਕੇ ਵੱਢ ਲਏ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਚਾਹੇ ਇਸ ਮਨੁੱਖ ਨੂੰ ਬਚਪਨ ਦੀ ਬਾਲ ਅਵਸਥਾ ਵਿੱਚ ਹੀ ਆਪਣੇ ਕੋਲ ਸੱਦ ਲਵੇ, ਉਹਦੇ ਪ੍ਰਾਣ ਹਰ ਲਵੇ, ਚਾਹੇ ਉਹ ਜਵਾਨੀ ਵਿੱਚ ਤੇ ਚਾਹੇ ਇਹਨੂੰ ਪਕਾ ਕੇ ਯਾਨੀ ਕਿ ਬੁਢੇਪੇ ਦੀ ਅਵਸਥਾ 'ਚ ਇਹਦੇ ਪ੍ਰਾਣ ਹਰ ਲਵੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ। ਜੋ ਜਨਮ ਸੋ ਜਾਨੋ ਮੂਆ। ਸੰਸਾਰ ਦਾ ਇਹ ਵਿਧਾਨ ਹੈ ਕਿ ਜਿਹੜਾ ਜਨਮਿਆ ਉਹਨੇ ਮਰਨਾ ਅਵਸ਼ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜੋ ਜਨਮੈ ਸੋ ਜਾਨੋ ਮੂਆ। ਜਿਹੜਾ ਜਨਮੇਗਾ ਉਹ ਮਰੇਗਾ ਵੀ ਅਵਸ਼। ਇਹਦੇ 'ਚ ਕਿਸੇ ਵੀ ਪ੍ਰਕਾਰ ਦੀ ਦੋ ਰਾਏ ਨਹੀਂ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਸਾਰਾ ਸੰਸਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨਾਲ ਪੈਦਾ ਹੋਇਆ ਔਰ ਉਹਦੇ ਹੁਕਮ ਦੇ ਵਿੱਚ ਇਹ ਸਾਰਾ ਜਗਤ ਉਹਦੇ ਵਿੱਚ ਸਮਾ ਵੀ ਜਾਣਾ, ਮਿਲ ਵੀ ਜਾਣਾ। ਜੋ ਜੋ ਚੀਜ਼ ਪੈਦਾ ਹੋਈ ਆ ਉਹ ਬਿਨਸੇਗੀ ਜ਼ਰੂਰ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਸੰਸਾਰ ਦਾ ਵਿਧਾਨ ਹੀ ਐਸਾ ਹੈ। ਨਿਰੰਕਾਰ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਹੀ ਐਸੀ ਰਚੀ ਹੈ। ਕਾਲ ਪਾਏ ਬ੍ਰਹਮਾ ਬਪਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਹ ਸਾਰੀ ਰਚਨਾ, ਨਿਰੰਕਾਰ ਵਿਧਾਤੇ ਦੀ ਇਹ ਸਾਰੀ ਰਚਨਾ ਉਸਨੇ ਬਣਾਈ ਹੈ ਤੇ ਮੁੜ ਕੇ ਫਿਰ ਆਪਣੇ ਵਿੱਚ ਸਮੇਟਣੀ ਵੀ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ,
ਜਾਵਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਦੋਂ ਉਹਨੇ ਖਿੱਚਣਾ ਆਪਣੇ ਵਿੱਚ ਸਾਰਿਆਂ ਨੂੰ ਮਿਲਾ ਵੀ ਲੈਣਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਜਿਹੜਾ ਜਨਮੇਗਾ ਸੋ ਜਨਹੁ ਮੂਆ, ਉਹ ਮਰੇਗਾ ਵੀ ਅਵਸ਼। ਗੋਬਿੰਦ ਭਗਤ ਅਸਥਿਰ ਹੈ ਥੀਆ। ਕਹਿੰਦੇ ਅਗਰ ਕੁਝ ਅਸਥਿਰ ਹੈ, ਸदैवी ਰਹਿਣ ਵਾਲਾ ਹੈ, ਤਾਂ ਉਹ ਹੈ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਭਗਤੀ। ਉਹ ਅਸਥਿਰ ਹੈ। ਬਾਕੀ ਸਭ ਕੁਝ ਬਿਨਸਣ ਹੈ। ਪਰਮੇਸ਼ਰ ਦੀ ਭਗਤੀ ਹੈ ਜਿਹੜੀ ਸदैवी ਤੌਰ ਤੇ ਥਿਰ ਹੈ। ਔਰ ਜਿਹੜੇ ਉਸ ਭਗਤੀ ਨਾਲ ਜੁੜੇ ਹੋਏ ਨੇ ਭਗਤ, ਉਹ ਵੀ ਸदैवी ਤੌਰ ਤੇ ਸਥਿਰ ਨੇ। ਬੜੀ ਦੁਨੀਆ ਮਰ ਗਈ, ਮੁੱਕ ਗਈ, ਖਤਮ ਹੋ ਗਈ। ਕਬੀਰ ਜੀ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵੀ ਸੀ, ਅੱਜ ਵੀ ਨੇ ਤੇ ਅੱਗੇ ਵੀ ਰਹਿਣਗੇ। ਉਹ ਕਿਤੇ ਨਹੀਂ ਗਏ। ਰਵਿਦਾਸ ਜੀ ਦੇ ਸਮੇਂ ਬਹੁਤ ਦੁਨੀਆ ਹੋਈ ਹੋਵੇਗੀ, ਗੁਜ਼ਰ ਗਈ, ਮਰ ਗਈ, ਮੁੱਕ ਗਈ, ਪਰ ਮਹਾਰਾਜ ਭਗਤ ਰਵਿਦਾਸ ਜੀ ਅੱਜ ਵੀ ਨੇ ਤੇ ਅੱਗੇ ਵੀ ਰਹਿਣਗੇ। ਜਿਤਨੇ ਭਗਤ ਨੇ ਉਹ ਸदैवी ਨੇ। ਅਕਾਲ ਪੁਰਖ ਜੀ ਦੇ ਭਗਤ ਇਸ ਸੰਸਾਰ ਦੇ ਵਿੱਚ ਸदैवी ਨੇ, ਅਸਥਿਰ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਗੋਬਿੰਦ ਭਗਤ ਅਸਥਿਰ ਹੈ ਥੀਆ। ਜਿਹੜੇ ਗੋਬਿੰਦ ਦੇ ਭਗਤ ਨੇ ਉਹ ਸਦਾ ਰਹਿਣ ਵਾਲੇ ਅਸਥਿਰ ਨੇ, ਯਾਨੀ ਕਿ ਸदैवी ਨੇ। ਉਹ ਕਿਤੇ ਨਹੀਂ ਗਏ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਅੱਜ ਵੀ ਨੇ, ਤੇ ਉਹਨਾਂ ਦੇ ਸਥਾਨ ਤੇ ਬੇਨਤੀਆਂ ਕਰਨ ਵਾਲਿਆਂ ਦੀਆਂ ਬੇਨਤੀਆਂ ਉਹ ਅੱਜ ਵੀ ਸੁਣਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼ ਅੱਜ ਵੀ ਨੇ। ਭਾਈ ਸਾਹਿਬ ਭਾਈ ਕਨਈਆ ਜੀ ਵਰਗੇ ਮਹਾਂਪੁਰਸ਼ ਅੱਜ ਵੀ ਨੇ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਅੱਜ ਵੀ ਨੇ। ਔਰ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਅਰਜ਼ੋਈਆਂ ਕਰਨ ਵਾਲੇ ਗੁਰਮੁਖਾਂ ਦੀਆਂ ਬੇਨਤੀਆਂ ਉਹ ਅੱਜ ਵੀ ਸੁਣਦੇ। ਪਰਮੇਸ਼ਰ ਦੇ ਭਗਤ ਅਸਥਿਰ ਨੇ ਔਰ ਸदैवी ਨੇ। ਉਹ ਕਦੇ ਨਹੀਂ ਬਿਨਸਦੇ, ਕਿਉਂਕਿ ਉਹ ਜਨਮ ਵਿੱਚ ਹੀ ਨਹੀਂ ਹਨ। ਜਿਹੜਾ ਜਨਮ ਵਿੱਚ ਨਹੀਂ, ਫਿਰ ਉਹਦਾ ਮਰਨ ਵੀ ਨਹੀਂ ਹੁੰਦਾ। ਜਿਹੜਾ ਜਨਮ ਵਿੱਚ ਹੋਵੇਗਾ, ਮਰਨਾ ਤਾਂ ਉਹਦਾ ਹੁੰਦਾ ਨਾ। ਸਾਡਾ ਜਨਮ ਵੀ ਹੈ, ਸਾਡਾ ਮਰਨਾ ਵੀ ਹੈ। ਰੱਬ ਦੇ ਪਿਆਰਿਆਂ ਦਾ ਨਾ ਜਨਮ ਹੈ ਤੇ ਨਾ ਹੀ ਉਹਨਾਂ ਦਾ ਮਰਨ ਹੁੰਦਾ ਹੈ। ਇਸ ਕਰਕੇ ਉਹ ਸਤ ਨੇ, ਸदैवी ਨੇ ਔਰ ਅਸਥਿਰ ਹਨ। ਦਿਨ ਤੇ ਸਰ ਪਰ ਪੌਸੀ ਰਾਤ। ਕਹਿੰਦੇ ਜਿਵੇਂ ਦਿਨ ਤੋਂ ਸਰ ਪਰ, ਕਹਿੰਦੇ ਨੇ ਅਵਸ਼, ਜ਼ਰੂਰ। ਜਿਵੇਂ ਕਹਿੰਦੇ ਨੇ ਆਹ ਕੰਮ ਜ਼ਰੂਰ ਹੋਣਾ ਚਾਹੀਦਾ। ਜ਼ਰੂਰ ਦਾ ਮਤਲਬ ਸਰ ਪਰ, ਸਰ ਪਰ ਦਾ ਵੀ ਮਤਲਬ ਇਹੀ ਹੁੰਦਾ ਜ਼ਰੂਰ। ਕਹਿੰਦੇ ਭਾਈ ਜਿਵੇਂ ਦਿਨ ਤੋਂ ਜ਼ਰੂਰੀ ਰਾਤ ਆਉਂਦੀ ਹੈ ਨਾ, ਪੌਸੀ ਰਾਤ, ਰਾਤ ਵੀ ਪੈਂਦੀ ਹੈ। ਪੌਸੀ ਰਾਤ, ਜਿਵੇਂ ਦਿਨ ਤੋਂ ਰਾਤ ਆਉਂਦੀ ਹੈ, ਜ਼ਰੂਰੀ ਹੈ ਨਾ। ਇਹ ਕਦੇ ਐਸਾ ਕੋਈ ਦਿਨ ਵੇਖਿਆ ਜਿਹੜਾ ਰਾਤ ਵਿੱਚ ਨਾ ਬਦਲਿਆ ਹੋਵੇ? ਮਹਾਰਾਜ ਭਗਤ ਰਵਿਦਾਸ ਜੀ ਵੀ ਤਾਂ ਇਹੀ ਕਹਿੰਦੇ, ਜੋ ਦਿਨ ਆਵਹਿ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਕਹਿੰਦੇ ਜਿਵੇਂ ਦਿਨ ਰਾਤ ਵਿੱਚ ਤਬਦੀਲ ਹੁੰਦਾ, ਇਹ ਜ਼ਰੂਰੀ ਹੈ ਕਿ ਜਿਵੇਂ ਦਿਨ ਤੋਂ ਬਾਅਦ ਰਾਤ ਆਉਂਦੀ ਹੈ। ਰਹਿਣ ਗਏ ਫਿਰ ਹੋਏ ਪ੍ਰਭਾਤ। ਤੇ ਰਾਤ ਸਦਾ ਰਹਿੰਦੀ ਹੈ ਭਲਾ? ਜੇ ਦਿਨ ਤੋਂ ਰਾਤ ਆਉਂਦੀ ਤੇ ਰਾਤ ਸਦਾ ਰਹਿੰਦੀ ਹੈ? ਮਹਾਰਾਜ ਜੀ ਕਹਿੰਦੇ ਨਹੀਂ, ਰਹਿਣ ਵੀ ਚਲੀ ਜਾਂਦੀ ਹੈ ਤੇ ਫਿਰ ਪ੍ਰਭਾਤ ਹੋ ਜਾਂਦੀ ਹੈ। ਰਾਤ ਗਈ ਤੇ ਫਿਰ ਦਿਨ ਆ ਜਾਂਦਾ ਹੈ। ਜਿਵੇਂ ਦਿਨ ਤੋਂ ਜ਼ਰੂਰੀ ਰਾਤ ਆਉਂਦੀ ਹੈ ਤੇ ਰਾਤ ਦੇ ਬੀਤਦਿਆਂ ਫਿਰ ਦਿਨ ਆ ਜਾਂਦਾ, ਪ੍ਰਭਾਤ ਆ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜੀਵ ਇਹ ਸੰਸਾਰ ਦੇ ਵਿੱਚ ਜਨਮ ਲੈ ਕੇ ਆਉਂਦੇ ਆ, ਉਹ ਮਰਦੇ,
ਤੇ ਜਿਹੜੇ ਮਰ ਜਾਂਦੇ ਆ ਕਿ ਉਹ ਫਿਰ ਸਦਾ ਹੀ ਮਰੇ ਰਹਿੰਦੇ ਆ? ਮਹਾਰਾਜ ਜੀ ਕਹਿੰਦੇ ਮਰਨ ਤੋਂ ਬਾਅਦ ਉਹ ਫਿਰ ਜੰਮਦੇ ਆ, ਯਾਨੀ ਕਿ ਫਿਰ ਦਿਨ ਆ ਗਿਆ, ਫਿਰ ਜੰਮ ਪੈਂਦੇ ਆ, ਫਿਰ ਉਹ ਮਰਦੇ ਆ, ਫਿਰ ਜੰਮਦੇ ਆ। ਏਦਾਂ ਜਨਮ ਮਰਨ ਦਾ ਚੱਕਰ ਉਹਨਾਂ ਜੀਵਾਂ ਲਈ ਸदैव ਬਣਿਆ ਰਹਿੰਦਾ, ਜਿਹੜੇ ਜਨਮ ਤੇ ਮਰਨ ਵਿੱਚ ਨੇ। ਜਿਨ੍ਹਾਂ ਨੇ ਜਾਣ ਲਿਆ ਕਿ ਮੈਂ ਆਤਮਾ ਹਾਂ, ਔਰ ਆਤਮਾ ਦਾ ਨਾ ਜਨਮ ਹੈ ਨਾ ਮਰਨ ਹੈ, आत्मा सत है, आत्मा सदैवी है, आत्मा सत है और आत्मा सदैवी है। और जदों आत्मा दे विच कोई सुरत चला लैंदा अपनी, उत्थे जाके उन्होंने अनुभव हुंदा है ना मैं कुछ धारण कीता है ते ना ही मैं कुछ त्यागया है। आखो सतनाम श्री वाहिगुरू। आत्मा की अवस्था विच टिकिया होया महापुरुष ऐसी अवस्था च जदों चलिया जांदा है, वो कहंदा, कोई कहंदा जी तुसीं आ चीज़ त्याग दित्ती, वो कहंदे त्यागदा तां जे मैं कुछ धारण कीता हुंदा। मेरी आत्मा ना कुछ धारदी है ते ना ही कुछ त्यागदी है। ਉਹਦਾ ਨਾ ਜਨਮ ਹੈ ਤੇ ਨਾ ਹੀ ਮਰਨ ਹੈ, ਉਹਦਾ ਸदैवी ਹੈ। ਇਹ ਆਤਮਾ ਦਾ ਸਰੂਪ ਹੈ। ਜਿਹੜੇ ਇਸ ਆਤਮਾ ਦੇ ਸਰੂਪ ਦੇ ਬੋਧ ਤੋਂ ਬਿਰਵੇ ਨੇ, ਖਾਲੀ ਨੇ, ਜਿਨ੍ਹਾਂ ਨੂੰ ਆਤਮਾ ਦੇ ਸਰੂਪ ਦਾ ਗਿਆਨ ਨਹੀਂ ਹੋਇਆ, ਮਹਾਰਾਜ ਜੀ ਕਹਿੰਦੇ ਉਹ ਜੰਮਦੇ ਵੀ ਨੇ, ਮਰਦੇ ਵੀ ਨੇ, ਫਿਰ ਜੰਮਦੇ ਨੇ, ਫਿਰ ਮਰਦੇ ਨੇ। ਏਦਾਂ ਉਹਨਾਂ ਨੂੰ ਜੰਮਣਾ ਮਰਨਾ ਪੈਂਦਾ, ਉਹਨਾਂ ਲਈ ਜਨਮ ਮਰਨ ਬਣਿਆ ਰਹਿੰਦਾ। ਜਿਹੜੇ ਆਤਮਾ परमात्मा विच विलीन हो गए, उन्हां वास्ते जन्म मरण दोवें बुझारत जी बन गए। उन्हां लई जन्म मरण दोवें एक प्रकार की कहावत जी हो गए। उन्हां वास्ते ये अवस्था बन जाती, नह किछ जन्मै नह किछ मरै, आपन चलत आप ही करै। वो कहते ना कुछ जमदा ना मरदा है, क्योंकि वो आत्मा च चले गए। ਜਿਹੜੇ ਆਤਮਾ ਦੇ ਸਵਰੂਪ ਤੋਂ ਗਿਆਨ ਤੋਂ ਵਿਹੂਣੇ ਨੇ, ਉਹਨਾਂ ਲਈ ਜਨਮਣਾ ਵੀ ਹੈ, ਮਰਨਾ ਵੀ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਦਿਨ ਤੋਂ ਜ਼ਰੂਰੀ ਰਾਤ ਆ ਜਾਂਦੀ ਹੈ, ਜ਼ਰੂਰ ਹੈ, ਅਵਸ਼ਯ ਰਾਤ ਆਉਂਦੀ ਹੈ, ਰਾਤ ਗਈ ਤੇ ਪ੍ਰਭਾਤ ਆਉਂਦੀ ਹੈ, ਦਿਨ ਚੜ੍ਹਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਜੰਮਦਾ ਉਹ ਮਰਦਾ ਹੈ, ਜਿਹੜਾ ਮਰ ਜਾਂਦਾ ਫੇਰ ਜੰਮਦਾ ਹੈ। ਮਾਇਆ ਮੋਹ ਸੋਏ ਰਹੇ ਅਭਾਗੇ। ਅਭਾਗੇ, ਅਭਾਗੇ ਦਾ ਮਤਲਬ ਹੁੰਦਾ ਮਾੜੇ ਭਾਗਾਂ ਵਾਲੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਗ ਮਾੜੇ ਨੇ, ਉਹ ਮਾਇਆ ਦੇ ਮੋਹ ਵਿੱਚ ਮਮਤਾ 'ਚ ਪਏ ਹੋਏ ਸੁੱਤੇ ਰਹਿੰਦੇ ਐ। ਮਾਇਆ ਮੋਹੇ ਸੋਏ ਰਹੇ ਅਭਾਗੇ। ਉਹ ਮਾਇਆ ਦੇ ਮੋਹ ਵਿੱਚ ਸੁੱਤੇ ਹੋਏ ਅਭਾਗੇ ਹਨ, ਮਾੜੇ ਭਾਗਾਂ ਵਾਲੇ ਹਨ, ਮੰਦ ਕਰਮੇ ਹਨ, ਜਿਨ੍ਹਾਂ ਨੂੰ ਮਾਇਆ ਦੀ ਅਵਿਦਿਆ ਦੀ ਨੀਂਦ ਵਿੱਚ ਸਵਣਾ ਹੀ ਨਸੀਬ ਹੈ। ਉਹ ਜਾਗਦੇ ਹੀ ਨਹੀਂ, ਨਾ ਉਹ ਬਾਣੀ ਪੜ੍ਹਨ ਵੇਲੇ ਜਾਗਣ, ਨਾ ਉਹ ਅੰਮ੍ਰਿਤ ਵੇਲੇ ਜਾਗਣ, ਨਾ ਉਹ ਗੁਰੂ ਘਰ ਵਾਸਤੇ ਜਾਣ ਲਈ ਜਾਗਣ। ਉਹ ਅਭਾਗੇ ਮਾਇਆ ਦੀ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੀ ਰਹਿੰਦੇ ਹਨ। ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਜਾਗਦਾ ਹੈ, ਕੋਈ ਵਿਰਲਾ, ਸਾਰੇ ਨਹੀਂ ਜਾਗਦੇ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਜਾਗ ਪੈਂਦਾ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਹੜਾ ਅੰਮ੍ਰਿਤ ਵੇਲਾ ਨਾ, ਅੰਮ੍ਰਿਤ ਵੇਲੇ ਜਿਹੜੇ ਉੱਠਣ, ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰ ਲੈਣ, ਅੰਮ੍ਰਿਤ ਵੇਲੇ ਬਾਣੀ ਪੜ੍ਹ ਲੈਣ, ਉਹ ਇਹ ਸਮਝ ਲੈਣ ਵੀ ਗੁਰੂ ਦੀ ਕਿਰਪਾ ਨਾਲ ਜਾਗੇ। ਤੇ ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠੇ, ਨਹੀਂ ਜਾਗੇ, ਉਹਨਾਂ ਵਾਸਤੇ ਕਹਿ ਸਕਦੇ ਹਾਂ ਵੀ ਭਾਗ ਮਾੜੇ ਨੇ, ਨਹੀਂ ਜਾਗੇ, ਸੁੱਤੇ ਪਏ ਨੇ। ਆਤਮਿਕ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਅਵਿਦਿਆ ਦੀ ਨਿੰਦਰਾ, ਅਗਿਆਨ ਵਿੱਚ ਸਵਣਾ, ਅਭਾਗੇ ਉਸ ਮਾਇਆ ਦੀ ਅਗਿਆਨਤਾ ਦੀ ਨੀਂਦ ਕੇ ਸੁੱਤੇ ਰਹਿੰਦੇ ਆ।
ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਅਗਿਆਨ ਤੇ ਅਵਿਦਿਆ ਦੀ ਨੀਂਦ ਤੋਂ ਜਾਗ ਪੈਂਦੇ ਹੈ, ਗਿਆਨ ਦੀ ਅਵਸਥਾ 'ਚ ਜਾਗ ਪੈਂਦੇ ਹੈ, ਔਰ ਜਾਗ ਕੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਭਜਨ 'ਚ ਉਹਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਹੈ। ਹਾਂਜੀ, ਕਹੋ ਨਾਨਕ ਗੁਣ ਗਾਏ ਹੈ ਨੀਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਭਾਈ, ਨਿਤ ਅੱਠੇ ਪੈਰ ਨਿਰੰਤਰ ਇੱਕ ਰਸ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗੁਣ ਗਾਈਏ। ਕਹੋ ਨਾਨਕ ਗੁਣ ਗਾਈਐ ਨੀਤ। ਨਿਤਾ ਪ੍ਰਤੀ ਅੱਠੇ ਪੈਰ ਨਿਰੰਤਰ ਇੱਕ ਰਸ ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾਈਏ। ਮੁਖ ਉਜਲ ਹੋਏ ਨਿਰਮਲ ਚੇਤ। ਕਹਿੰਦੇ ਉਹਨਾਂ ਦੇ ਮੁਖ ਉਜਵਲ ਹੋ ਜਾਂਦੇ ਹਨ, ਜਿਹੜੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਐ, ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਨੇ ਤੇ ਉਹਨਾਂ ਦੇ ਚਿੱਤ ਅੰਤਸ਼ਕਰਣ ਹਿਰਦੇ ਨਿਰਮਲ ਤੇ ਪਵਿੱਤਰ ਹੋ ਜਾਂਦੇ ਨੇ। ਚਿੱਤ ਨਿਰਮਲ ਹੋ ਗਏ ਔਰ ਮੁਖ ਉਜਲੇ ਹੋ ਗਏ। ਪੁੱਛਿਆ ਜੀ ਕਿਹਨਾਂ ਦੇ ਮੁਖ ਉਜਲੇ ਹੋਏ, ਕਿਹਨਾਂ ਦੇ ਚਿੱਤ ਨਿਰਮਲ ਹੋਏ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ, ਉਹਨਾਂ ਦੇ ਚਿੱਤ ਨਿਰਮਲ ਹੋ ਗਏ।